ਇਹ ਕਹਾਣੀ ਮੇਰੀ ਸਹੇਲੀ ਪ੍ਰੀਤੋ ਦੀ ਹੈ। ਉਹਨਾਂ ਦੀ ਇੱਕ ਅਜੀਬ ਹੀ ਰਸਮ ਹੁੰਦੀ ਸੀ। ਉਸਨੇ ਮੈਨੂੰ ਦੱਸਿਆ ਕਿ ਸਾਡੇ ਪਿੰਡ ਕੁੜੀ ਨੂੰ ਵਿਆਹ ਤੋਂ ਪਹਿਲਾਂ ਘੋੜੇ ਨਾਲ ਪਿੰਡ ਵਾਲਿਆਂ ਦੇ ਸਾਹਮਣੇ ਇਹ ਕਿਉਂ ਕਰਨਾ ਪੈਂਦਾ ਸੀ। ਮੇਰੀ ਸਹੇਲੀ ਨੇ ਦੱਸਿਆ ਕਿ ਸਾਡੇ ਪਿੰਡ ਦਾ ਇੱਕ ਅਜੀਬ ਹੀ ਰਿਵਾਜ ਹੈ, ਜਿਸ ਕਰਕੇ ਉਸਨੂੰ ਵਿਆਹ ਤੋਂ ਹੀ ਡਰ ਲੱਗਦਾ ਸੀ। ਭਾਵੇਂ ਪਿੰਡ ਦੀ ਕੁੜੀ ਸੀ, ਪਰ ਦਿਲ ਦੀ ਬਹੁਤ ਕਮਜ਼ੋਰ ਸੀ। ਉਸਨੂੰ ਰਿਵਾਜ ਨਾਮ ਤੋਂ ਹੀ ਡਰ ਲੱਗਦਾ ਸੀ ਅਤੇ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਪ੍ਰੀਤੋ ਨੇ ਦੱਸਿਆ ਕਿ ਮੇਰੀ ਉਮਰ 25 ਸਾਲ ਦੀ ਹੋ ਗਈ ਸੀ, ਜਦੋਂ ਕਿ ਸਾਡੇ ਪਿੰਡ ਵਿੱਚ ਵਿਆਹ 18 ਸਾਲ ਦੀ ਉਮਰ ਵਿੱਚ ਹੋ ਜਾਂਦਾ ਸੀ। ਮੈਂ ਆਪਣੇ ਘਰਦਿਆਂ ਨੂੰ ਸਾਫ਼ ਮਨ੍ਹਾ ਕਰ ਦਿੱਤਾ ਕਿ ਵਿਆਹ ਮੈਂ ਨਹੀਂ ਕਰਵਾਉਣਾ। ਜਦੋਂ ਵੀ ਮੇਰੇ ਘਰ ਦੇ ਰਿਸ਼ਤਾ ਕਰਨ ਦੀ ਗੱਲ ਕਰਦੇ ਤਾਂ ਮੈਂ ਟਾਲ ਦਿੰਦੀ ਸੀ। ਘਰ ਦੇ ਜਾਣਨਾ ਚਾਹੁੰਦੇ ਸੀ ਕਿ ਆਖਿਰ ਮੈਨੂੰ ਵਿਆਹ ਤੋਂ ਕੀ ਦਿੱਕਤ ਹੈ। ਮੈਨੂੰ ਕਹਿੰਦੇ ਵੀ ਸ਼ਰਮ ਆਉਂਦੀ ਸੀ ਕਿ ਮੈਂ ਘੋੜੇ ਵਾਲੀ ਰਸਮ ਤੋਂ ਡਰਦੀ ਹਾਂ। ਸਾਡੇ ਪਿੰਡ ਦਾ ਸਰਪੰਚ ਇਹ ਰਸਮ ਕਰਵਾਉਂਦਾ ਸੀ ਅਤੇ ਇਸ ਤੋਂ ਬਿਨਾਂ ਕਿਸੇ ਕੁੜੀ ਦਾ ਵਿਆਹ ਨਹੀਂ ਹੋ ਸਕਦਾ ਸੀ। ਉਸ ਨੇ ਦੱਸਿਆ ਕਿ ਮੈਨੂੰ ਯਾਦ ਹੈ, ਜਦੋਂ ਸਾਡੇ ਪਿੰਡ ਦੀ ਕੁੜੀ ਪਾਲੀ ਦਾ ਵਿਆਹ ਸੀ ਤੇ ਉਹ ਇਸ ਰਸਮ ਨੂੰ ਕਰਨ ਲਈ ਦੁਲਹਨ ਦੀ ਤਰ੍ਹਾਂ ਤਿਆਰ ਹੋ ਕੇ ਪਿੰਡ ਦੇ ਮੈਦਾਨ ਵਿੱਚ ਆਈ ਸੀ। ਮੈਂ ਆਪਣੇ ਪਾਪਾ ਨੂੰ ਜਿੱਦ ਕੀਤੀ ਕਿ ਮੈਂ ਵੀ ਇਹ ਰਸਮ ਵੇਖਣੀ ਹੈ। ਪਾਪਾ ਮੇਰੀ ਜਿੱਦ ਕਰਕੇ ਮੈਨੂੰ ਨਾਲ ਲੈ ਕੇ ਗਏ। ਵੈਸੇ ਇਸ ਰਸਮ ਵਿੱਚ ਪਿੰਡ ਦੇ ਬੰਦੇ ਹੀ ਹੁੰਦੇ ਸੀ। ਮੈਂ ਦੇਖਿਆ ਕਿ ਪ੍ਰੀਤ ਤਿਆਰ ਹੋ ਕੇ ਮੈਦਾਨ ਵਿੱਚ ਆਈ। ਉਸ ਦੀਆਂ ਘੋੜੇ ਨੂੰ ਵੇਖ ਕੇ ਚੀਕਾਂ ਨਿਕਲ ਗਈਆਂ। ਉਹ ਬੁਰੀ ਤਰ੍ਹਾਂ ਡਰ ਗਈ। ਉਸ ਦਾ ਹਾਲ ਬੇਹਾਲ ਹੋ ਗਿਆ। ਸਾਰੇ ਲੋਕ ਇਹ ਸਭ ਦੇਖ ਰਹੇ ਸੀ। ਕਿਸੇ ਨੂੰ ਉਸ 'ਤੇ ਤਰਸ ਨਹੀਂ ਆਇਆ। ਪਿੰਡ ਦਾ ਸਰਪੰਚ ਵੀ ਉੱਥੇ ਹੀ ਸੀ। ਇਹ ਸਭ ਉਹੀ ਕਰਵਾਉਂਦਾ ਸੀ। ਉਸ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਕੁੜੀ ਆਪਣੇ ਘਰ ਵਾਲੀ ਦੀ ਇੱਜ਼ਤ ਕਰਨਾ ਸਿੱਖਦੀ ਹੈ। ਮੈਨੂੰ ਤਾਂ ਇਹ ਗੱਲ ਬਿਲਕੁਲ ਚੰਗੀ ਨਾ ਲੱਗੀ ਕਿ ਘੋੜੇ ਤੇ ਇਨਸਾਨ ਦਾ ਕੀ ਮੇਲ ਹੈ। ਉਹ ਸਾਰਾ ਦਿਨ ਪ੍ਰੀਤੋ ਨੇ ਘੋੜੇ ਨਾਲ ਬਿਤਾਇਆ ਅਤੇ ਘੋੜਾ ਪ੍ਰੀਤੋ ਨੂੰ ਲੈ ਕੇ ਜੰਗਲ ਵੱਲ ਚਲਾ ਗਿਆ ਤੇ ਹੁਣ ਉਸ ਨੂੰ ਸ਼ਾਮ ਨੂੰ ਹੀ ਵਾਪਸ ਲੈ ਕੇ ਆਉਣਾ ਸੀ। ਕੁੜੀਆਂ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ। ਉਹਨਾਂ ਦੇ ਸਰੀਰ ਦੇ ਉੱਤੇ ਜ਼ਖਮ ਹੋ ਜਾਂਦੇ, ਕੱਪੜੇ ਫਟ ਜਾਂਦੇ, ਪਰ ਕਿਸੇ ਨੂੰ ਤਰਸ ਨਾ ਆਉਂਦਾ। ਸਾਰੇ ਲੋਕ ਆਪਣੇ ਘਰ ਨੂੰ ਵਾਪਸ ਆ ਗਏ। ਮੈਂ ਸੋਚਦੀ ਰਹੀ ਕਿ ਪ੍ਰੀਤੋ ਕਿੱਦਾਂ ਸਾਰਾ ਦਿਨ ਘੋੜੇ ਨਾਲ ਰਹੂਗੀ। ਬਸ ਮੈਂ ਉਸੇ ਦਿਨ ਸੋਚ ਲਿਆ ਕਿ ਮੈਂ ਵਿਆਹ ਨਹੀਂ ਕਰਵਾਉਣਾ, ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਹਿੰਦੇ ਨੇ ਕਿ ਇਨਸਾਨ ਜਿਸ ਤੋਂ ਭੱਜਦਾ ਹੈ ਉਹੀ ਉਸਦੇ ਸਾਹਮਣੇ ਆਉਂਦਾ ਹੈ। ਇਹੀ ਮੇਰੇ ਨਾਲ ਹੋਇਆ। ਮੇਰੀ ਜ਼ਿੰਦਗੀ ਵਿੱਚ ਅਰਮਾਨ ਆ ਗਿਆ। ਮੇਰੇ 2 ਭਰਾ ਸੀ, ਉਹ ਸ਼ਹਿਰ ਵਿੱਚ ਨੌਕਰੀ ਕਰਦੇ ਸੀ। ਪਾਪਾ ਬਿਮਾਰ ਰਹਿਣ ਲੱਗੇ। ਖੇਤੀ ਦਾ ਸਾਰਾ ਕੰਮ ਉਹੀ ਕਰਦੇ ਸੀ। ਮੈਂ ਪਾਪਾ ਨੂੰ ਕਿਹਾ ਕਿ ਹੁਣ ਤੋਂ ਮੈਂ ਖੇਤਾਂ ਵਿੱਚ ਕੰਮ ਕਰਾਂਗੀ। ਪਾਪਾ ਨੇ ਕਿਹਾ, ਪੁੱਤ ਤੇਰੇ ਬਸ ਦੀ ਗੱਲ ਨਹੀਂ। ਪਰ ਮੈਂ ਸ਼ੁਰੂ ਤੋਂ ਜਿੱਦੀ ਸੀ, ਇਸ ਲਈ ਤਾਂ ਪਾਪਾ ਮੇਰਾ ਵਿਆਹ ਨਹੀਂ ਕਰਵਾ ਪਾਏ। ਮੈਂ ਤਿਆਰ ਹੋ ਕੇ ਖੇਤ ਨੂੰ ਗਈ। ਸਾਡੇ ਪਿੰਡ ਵਿੱਚ ਸਾਰੀਆਂ ਕੁੜੀਆਂ ਮੂੰਹ ਢੱਕ ਕੇ ਰੱਖਦੀਆਂ ਸੀ। ਮੈਂ ਵੀ ਉਹਨਾਂ ਵਾਂਗ ਹੀ ਰੱਖਦੀ ਸੀ, ਪਰ ਖੇਤ ਵਿੱਚ ਕੰਮ ਕਰਨ ਲਈ ਮੈਨੂੰ ਆਪਣਾ ਮੂੰਹ ਨੰਗਾ ਕਰਨਾ ਪਿਆ। ਉਸ ਸਮੇਂ ਅਰਮਾਨ ਨੇ ਮੈਨੂੰ ਦੇਖ ਲਿਆ। ਉਹ ਖੇਤਾਂ ਦਾ ਹਿਸਾਬ ਕਿਤਾਬ ਰੱਖਦਾ ਸੀ। ਭਾਵੇਂ ਖੇਤ ਸਾਡੇ ਸੀ, ਪਰ ਪਿੰਡ ਦੇ ਸਾਰੇ ਖੇਤਾਂ ਦਾ ਹਿਸਾਬ ਸਰਪੰਚ ਰੱਖਦਾ ਸੀ ਤੇ ਖੇਤਾਂ ਤੋਂ ਹੋਈ ਕਮਾਈ ਦਾ ਇੱਕ ਹਿੱਸਾ ਸਰਪੰਚ ਰੱਖਦਾ ਸੀ। ਅਰਮਾਨ ਨੇ ਮੇਰੇ ਵੱਲ ਵੇਖਿਆ ਤੇ ਪੁੱਛਿਆ ਕਿ ਤੂੰ ਕੌਣ ਹੈ। ਮੈਂ ਉਸਨੂੰ ਦੱਸ ਦਿੱਤਾ ਕਿ ਹਰਨੇਕ ਸਿੰਘ ਦੀ ਕੁੜੀ ਪ੍ਰੀਤੋ ਹਾਂ। ਉਹ ਕਹਿਣ ਲੱਗਾ, ਤੇਰੀ ਉਮਰ ਤਾਂ ਵੱਡੀ ਲੱਗਦੀ ਹੈ। ਕੀ ਗੱਲ, ਤੇਰਾ ਵਿਆਹ ਨਹੀਂ ਹੋਇਆ? ਸਾਡੇ ਪਿੰਡ ਵਿੱਚ ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੋ ਜਾਂਦਾ। ਜੇਕਰ ਸਰਪੰਚ ਨੂੰ ਪਤਾ ਚੱਲ ਗਿਆ ਤਾਂ ਕੀ ਹੋਊ? ਮੈਨੂੰ ਪਤਾ ਸੀ ਕਿ ਪਾਪਾ ਨੇ ਗੱਲ ਲੁਕਾਈ ਸੀ। ਫਿਰ ਅਰਮਾਨ ਮੇਰੇ ਵੱਲ ਲਗਾਤਾਰ ਦੇਖਦਾ ਰਿਹਾ ਤੇ ਜ਼ਮੀਨ ਦਾ ਹਿਸਾਬ ਨੋਟ ਕਰਦਾ ਰਿਹਾ ਤੇ ਜਾਣ ਲੱਗਾ ਬੋਲਿਆ ਕਿ ਮੈਂ ਤੈਨੂੰ ਕੱਲ੍ਹ ਮਿਲਣ ਆਵਾਂਗਾ। ਮੈਂ ਸੋਚਿਆ ਕਿ ਮੈਂ ਤਾਂ ਇਸ ਨੂੰ ਖੇਤ ਵਿੱਚ ਬੀਜੀ ਫਸਲ ਦੀ ਸਾਰੀ ਜਾਣਕਾਰੀ ਦੇ ਦਿੱਤੀ, ਤਾਂ ਫਿਰ ਦੁਬਾਰਾ ਕਿਉਂ ਮਿਲਣ ਆਊਗਾ। ਮੈਂ ਸ਼ਾਮ ਨੂੰ ਘਰ ਜਾ ਕੇ ਪਾਪਾ ਨੂੰ ਕਿਹਾ ਕਿ ਮੈਂ ਵੀ ਖੇਤਾਂ ਵਿੱਚ ਕੰਮ ਕਰ ਸਕਦੀ ਹਾਂ। ਪਾਪਾ ਨੇ ਕਿਹਾ ਕਿ ਇਹ ਤੇਰਾ ਕੰਮ ਨਹੀਂ ਹੈ। ਮੈਂ ਤੇਰਾ ਵਿਆਹ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਵਿਹਲਾ ਹੋਣਾ ਚਾਹੁੰਦਾ। ਵਿਆਹ ਦੀ ਗੱਲ ਹੁੰਦੇ ਸਾਰ ਪਹਿਲੀ ਵਾਰ ਕਿਸੇ ਦਾ ਚਿਹਰਾ ਮੇਰੀ ਅੱਖਾਂ ਦੇ ਵਿੱਚ ਘੁੰਮ ਗਿਆ, ਜੋ ਕਿ ਪਹਿਲੀ ਵਾਰੀ ਹੋਇਆ ਸੀ, ਤੇ ਉਹ ਚਿਹਰਾ ਸੀ ਅਰਮਾਨ ਦਾ। ਫਿਰ ਮੈਂ ਮਾਂ ਦੇ ਨਾਲ ਘਰ ਦੇ ਕੰਮਾਂ ਵਿੱਚ ਲੱਗ ਗਈ। ਅਗਲੇ ਦਿਨ ਮੈਂ ਫਿਰ ਖੇਤਾਂ ਵਿੱਚ ਗਈ, ਕਿਉਂਕਿ ਪਾਪਾ ਜਦੋਂ ਤੱਕ ਠੀਕ ਨਹੀਂ ਸੀ ਹੁੰਦੇ ਮੈਨੂੰ ਇਹ ਸਭ ਕਰਨਾ ਪੈਣਾ ਸੀ। ਅਰਮਾਨ ਖੇਤਾਂ ਵਿੱਚ ਅੱਜ ਫੇਰ ਆ ਗਿਆ ਤੇ ਮੇਰੇ ਕੋਲ ਆ ਕੇ ਬੈਠ ਗਿਆ ਤੇ ਪੁੱਛਣ ਲੱਗਾ ਕਿ ਤੂੰ ਵਿਆਹ ਨਹੀਂ ਕੀਤਾ, ਕਿ ਕਿਸੇ ਨੂੰ ਪਸੰਦ ਕਰਦੀ ਹੈ? ਕਿਹਾ ਨਹੀਂ, ਮੇਰੇ ਵਿਆਹ ਨਾ ਕਰਨ ਦੀ ਵਜ੍ਹਾ ਉਹ ਖਾਸ ਘੋੜਾ ਹੈ। ਅਰਮਾਨ ਨੇ ਕਿਹਾ, ਉਸ ਵਿੱਚ ਕੀ ਹੈ? ਸਾਰੀਆਂ ਕੁੜੀਆਂ ਨੇ ਉਹ ਰਸਮ ਕੀਤੀ ਹੈ, ਫਿਰ ਤੈਨੂੰ ਕੀ ਦਿੱਕਤ ਹੈ? ਮੈਂ ਕਿਹਾ ਕਿ ਤੈਨੂੰ ਅਜੀਬ ਨਹੀਂ ਲੱਗਦਾ, ਇੱਕ ਕੁੜੀ ਘੋੜੇ ਨਾਲ ਕਿੱਦਾਂ? ਅਰਮਾਨ ਨੇ ਕਿਹਾ ਕਿ ਮੈਂ ਬਚਪਨ ਤੋਂ ਇਹ ਸਭ ਦੇਖਦਾ ਆ ਰਿਹਾ ਹਾਂ। ਸਾਡੇ ਸਰਪੰਚ ਬਹੁਤ ਚੰਗੇ ਹਨ। ਜੇਕਰ ਉਹਨਾਂ ਨੇ ਰਸਮ ਬਣਾਈ ਹੈ
ਤਾਂ ਕੁਝ ਸੋਚ ਕੇ ਹੀ ਬਣਾਈ ਹੈ, ਕਿਉਂਕਿ ਇਸ ਤੋਂ ਹੀ ਹਰ ਕੁੜੀ ਆਪਣੇ ਘਰ ਵਾਲੇ ਨੂੰ ਖੁਸ਼ ਰੱਖਦੀ ਹੈ ਤੇ ਨਾਰਾਜ਼ਗੀ ਦਾ ਕੋਈ ਮੌਕਾ ਨਹੀਂ ਦਿੰਦੀ। ਮੈਂ ਕਿਹਾ, ਤੈਨੂੰ ਪਤਾ ਹੈ ਕਿ ਕੁੜੀਆਂ ਦੀ ਹਾਲਤ ਕਿਹੋ ਜਿਹੀ ਹੋ ਜਾਂਦੀ ਹੈ। ਉਸਨੇ ਕਿਹਾ ਕਿ ਮਰਦ ਨੂੰ ਖੁਸ਼ ਕਰਨਾ ਇੰਨਾ ਆਸਾਨ ਨਹੀਂ ਹੈ। ਫਿਰ ਉਹ ਮੇਰੇ ਨਾਲ ਕੁਝ ਹੋਰ ਗੱਲਾਂ ਕਰਨ ਲੱਗਾ ਤੇ ਜਾਣ ਲੱਗੇ ਕਹਿਣ ਲੱਗਾ ਕਿ ਘੋੜੇ ਦਾ ਡਰ ਦਿਲ ਵਿੱਚੋਂ ਕੱਢ ਦੇ, ਮੈਂ ਜਲਦ ਹੀ ਆਪਣੀ ਮਾਂ ਨੂੰ ਤੁਹਾਡੇ ਘਰ ਭੇਜਣ ਲੱਗਾ ਹਾਂ। ਮੈਂ ਕਿਹਾ, ਕਿਉਂ, ਤੂੰ ਆਪਣੀ ਮਾਂ ਨੂੰ ਸਾਡੇ ਘਰ ਕਿਉਂ ਭੇਜੇਂਗਾ? ਉਹ ਹੱਸਣ ਲੱਗਾ ਤੇ ਬੋਲਿਆ ਕਿ ਤੂੰ ਬਿਲਕੁਲ ਛੋਟੀ ਜਿਹੀ ਹੈ, ਭਾਵੇਂ ਉਮਰ ਵੱਡੀ ਹੈ। ਉਹ ਇਹ ਕਹਿ ਕੇ ਚਲਾ ਗਿਆ। ਜਦੋਂ ਮੈਨੂੰ ਇਹ ਗੱਲ ਸਮਝ ਆਈ ਤਾਂ ਮੇਰਾ ਰੰਗ ਸ਼ਰਮ ਨਾਲ ਗੁਲਾਬੀ ਹੋ ਗਿਆ। ਜਦੋਂ ਮੈਂ ਘਰ ਗਈ ਤਾਂ ਮੇਰੇ ਚਿਹਰੇ 'ਤੇ ਸੋਚ ਸੀ। ਮੇਰੇ ਪਾਪਾ ਨੂੰ ਪਤਾ ਚੱਲ ਗਿਆ ਕਿ ਮੈਂ ਕੁਝ ਸੋਚ ਰਹੀ ਹਾਂ, ਕਿਉਂਕਿ ਮੈਂ ਅਰਮਾਨ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ, ਪਰ ਉਹ ਘੋੜੇ ਵਾਲੀ ਰਸਮ ਤੋਂ ਮੈਨੂੰ ਡਰ ਲੱਗਦਾ ਸੀ। ਪਾਪਾ ਨੇ ਮੈਨੂੰ ਪੁੱਛਿਆ, ਕੀ ਗੱਲ ਹੈ? ਮੈਂ ਪਾਪਾ ਨੂੰ ਦੱਸ ਦਿੱਤਾ ਕਿ ਅਰਮਾਨ ਆਪਣੀ ਮਾਂ ਨੂੰ ਆਪਣੇ ਘਰ ਭੇਜੇਗਾ। ਪਾਪਾ ਬਹੁਤ ਖੁਸ਼ ਹੋਏ ਕਿ ਉਹ ਬਹੁਤ ਪੜ੍ਹਿਆ ਮੁੰਡਾ ਹੈ। ਮੈਂ ਉਸਦੀ ਮਾਂ ਨੂੰ ਨਾ ਨਹੀਂ ਕਰਨੀ। ਤੇ ਰਹੀ ਘੋੜੇ ਵਾਲੀ ਰਸਮ ਦੀ ਗੱਲ, ਅੱਜ ਤੱਕ ਉਸਨੇ ਕਿਸੇ ਕੁੜੀ ਨੂੰ ਨੁਕਸਾਨ ਨਹੀਂ ਕੀਤਾ। ਮੈਂ ਸੋਚਣ 'ਤੇ ਮਜਬੂਰ ਹੋ ਗਈ। ਸਾਰੀ ਰਾਤ ਇਹੀ ਸੋਚਦੀ ਰਹੀ। ਫਿਰ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਕਿ ਮੈਂ ਇੱਦਾਂ ਕਰਕੇ ਰਸਮ ਤੋਂ ਵੀ ਬਚ ਜਾਵਾਂਗੀ। ਅਗਲੇ ਦਿਨ ਅਰਮਾਨ ਮੈਨੂੰ ਮਿਲਣ ਖੇਤਾਂ ਆਇਆ ਤੇ ਕਹਿਣ ਲੱਗਾ ਕਿ ਮੇਰੀ ਮਾਂ ਅੱਜ ਸ਼ਾਮ ਨੂੰ ਤੇਰੇ ਘਰ ਆਉਣਗੇ। ਮੈਂ ਕਿਹਾ ਕਿ ਅਰਮਾਨ, ਕੀ ਇਹ ਵਿਆਹ ਪਿੰਡ ਤੋਂ ਬਾਹਰ ਹੋ ਸਕਦਾ? ਮੇਰੇ ਭਰਾ ਸ਼ਹਿਰ ਰਹਿੰਦੇ ਨੇ, ਤੁਸੀਂ ਵੀ ਸ਼ਹਿਰ ਜਾਂਦੇ ਰਹਿੰਦੇ ਹੋ, ਮੈਂ ਘੋੜੇ ਵਾਲੀ ਰਸਮ ਤੋਂ ਬਚ ਜਾਵਾਂਗੀ। ਅਰਮਾਨ ਨੇ ਕਿਹਾ, ਠੀਕ ਹੈ। ਜਦੋਂ ਰਿਸ਼ਤਾ ਪੱਕਾ ਹੋ ਗਿਆ ਤਾਂ ਪਾਪਾ ਮੈਨੂੰ ਸਟੇਸ਼ਨ ਤੋਂ ਸ਼ਹਿਰ ਲਈ ਚੜ੍ਹਾਉਣ ਜਾ ਰਹੇ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਨੂੰ ਇਸ ਰਸਮ ਵਿੱਚੋਂ ਲੰਘਣਾ ਹੀ ਪੈਣਾ ਸੀ। ਧੂੜ ਉੱਡਦੀ ਇੱਕ ਗੱਡੀ ਆ ਕੇ ਸਾਡੇ ਕੋਲ ਖੜੀ ਹੋ ਗਈ। ਪਾਪਾ ਨੇ ਕਿਹਾ, ਮੂੰਹ ਢੱਕ ਲੈ, ਕਿਉਂਕਿ ਇਹ ਗੱਡੀ ਸਰਪੰਚ ਦੀ ਸੀ। ਉਹ ਗੱਡੀ ਵਿੱਚੋਂ ਉਤਰਿਆ ਤੇ ਪੁੱਛਿਆ ਕਿ ਇਹ ਕੌਣ ਹੈ? ਪਾਪਾ ਨੇ ਕਿਹਾ ਕਿ ਮੇਰੀ ਕੁੜੀ ਹੈ, ਸ਼ਹਿਰ ਜਾ ਰਹੀ ਹੈ ਆਪਣੇ ਭਰਾਵਾਂ ਕੋਲ। ਉਸਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਤੇਰੇ ਕੁੜੀ ਵੀ ਹੈ। ਸਾਡੇ ਪਿੰਡ ਦੀਆਂ ਕੁੜੀਆਂ ਕਦੋਂ ਤੋਂ ਸ਼ਹਿਰ ਜਾ ਕੇ ਵਿਆਹ ਕਰਵਾਉਣ ਲੱਗੀਆਂ। ਸ਼ਾਇਦ ਉਸਨੂੰ ਸਭ ਪਤਾ ਚੱਲ ਗਿਆ ਸੀ। ਪਾਪਾ ਨੇ ਕਿਹਾ ਕਿ ਇਸਦੇ ਭਰਾ ਸ਼ਹਿਰ ਵਿੱਚ ਨੇ, ਉਹ ਚਾਹੁੰਦੇ ਨੇ ਕਿ ਇਸ ਦਾ ਵਿਆਹ ਧੂਮ-ਧਾਮ ਨਾਲ ਹੋਵੇ। ਸਰਪੰਚ ਨੇ ਕਿਹਾ, ਪਹਿਲਾਂ ਪਿੰਡ ਦੀ ਰਸਮ ਕਰੋ, ਫਿਰ ਜਿੱਥੇ ਮਰਜ਼ੀ ਵਿਆਹ ਕਰੀਂ, ਨਹੀਂ ਤਾਂ ਤੈਨੂੰ ਪਿੰਡ ਤੋਂ ਬਾਗੀ ਕਰਾਰ ਦਿੱਤਾ ਜਾਣਾ ਤੇ ਤੇਰਾ ਹੁੱਕਾ ਪਾਣੀ ਬੰਦ ਕਰਵਾ ਦੇਣਾ। ਮੈਂ ਤੇ ਪਾਪਾ ਘਰ ਆ ਗਏ। ਮੈਂ ਪਾਪਾ ਨੂੰ ਕਿਹਾ ਕਿ ਮੈਂ ਰਸਮ ਲਈ ਤਿਆਰ ਹਾਂ। ਅਗਲੇ ਦਿਨ ਮੈਨੂੰ ਅਰਮਾਨ ਮਿਲਣ ਲਈ ਆਇਆ। ਉਸਨੇ ਮੈਨੂੰ ਕਿਹਾ ਕਿ ਤੂੰ ਡਰ ਨਾ, ਤੈਨੂੰ ਕੁਝ ਨਹੀਂ ਹੋਣਾ, ਮੈਂ ਤੇਰੇ ਨਾਲ ਹਾਂ। ਤੇ ਅਗਲੇ ਦਿਨ ਸਵੇਰੇ ਮੈਂ ਦੁਲਹਨ ਬਣ ਕੇ ਮੈਦਾਨ ਵਿੱਚ ਚਲੀ ਗਈ ਤੇ ਮੈਂ ਆਪਣੇ ਆਪ ਨੂੰ ਘੋੜੇ ਦੇ ਹਵਾਲੇ ਕਰਨਾ ਸੀ। ਸਰਪੰਚ ਦਾ ਨੌਕਰ ਮੈਨੂੰ ਘੋੜੇ ਵੱਲ ਵਧਣ ਲਈ ਕਹਿ ਰਿਹਾ ਸੀ। ਪਿੰਡ ਦੇ ਸਾਰੇ ਆਦਮੀ ਮੈਨੂੰ ਵੇਖ ਰਹੇ ਸਨ। ਘੋੜਾ ਆਪਣੀ ਜ਼ੁਬਾਨ ਨਾਲ ਮੈਨੂੰ ਚੱਟਣ ਲੱਗਾ, ਜਿੱਦਾਂ ਆਪਣੇ ਪਿਆਰ ਦਾ ਇਜ਼ਹਾਰ ਕਰ ਰਿਹਾ ਹੋਵੇ। ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਫਿਰ ਸਰਪੰਚ ਦੇ ਇੱਕ ਨੌਕਰ ਨੇ ਮੈਨੂੰ ਘੋੜੇ ਦੇ ਉੱਤੇ ਬਿਠਾ ਦਿੱਤਾ ਤੇ ਘੋੜਾ ਮੈਨੂੰ ਲੈ ਕੇ ਜੰਗਲ ਵਿੱਚ ਚਲਾ ਗਿਆ। ਪੂਰੀ ਰਫ਼ਤਾਰ ਨਾਲ ਘੋੜਾ ਚੱਲ ਰਿਹਾ ਸੀ, ਜਿੱਦਾਂ ਉਸਨੂੰ ਸਾਰਾ ਰਸਤਾ ਯਾਦ ਹੋਵੇ। ਮੇਰੀ ਚੁੰਨੀ ਵੀ ਰਾਹ ਵਿੱਚ ਉੱਡ ਗਈ ਅਤੇ ਮੇਰਾ ਹਾਲ ਬੇਹਾਲ ਹੋ ਗਿਆ। ਫਿਰ ਘੋੜਾ ਜੰਗਲ ਵਿੱਚ ਇੱਕ ਬਹੁਤ ਸੋਹਣੇ ਘਰ ਦੇ ਅੱਗੇ ਜਾ ਕੇ ਰੁਕਿਆ। ਮੈਂ ਨੀਚੇ ਉਤਰੀ। ਅਚਾਨਕ ਦੂਸਰੇ ਰਸਤੇ ਤੋਂ ਸਰਪੰਚ ਦੀ ਗੱਡੀ ਆਈ। ਵਿੱਚ ਦੋ ਨੌਕਰ ਸੀ। ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਤੂੰ ਬਹੁਤ ਸੋਹਣੀ ਹੈ, ਪਰ ਤੇਰੀ ਉਮਰ ਜ਼ਿਆਦਾ ਹੋ ਗਈ, ਕਾਸ਼ ਤੂੰ ਪਹਿਲਾਂ ਮੇਰੇ ਕੋਲ ਆਈ ਹੁੰਦੀ। ਮੈਂ ਉਸਦਾ ਇਹ ਵਰਤਾਓ ਦੇਖ ਕੇ ਡਰ ਗਈ। ਉਹ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ। ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਫਿਰ ਅਚਾਨਕ ਉਸਦਾ ਹੀ ਵਫ਼ਾਦਾਰ ਘੋੜੇ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਮਾਰ ਦਿੱਤਾ। ਉਸਦੇ ਨੌਕਰ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਅਸੀਂ ਤਾਂ ਮਜਬੂਰ ਸੀ, ਪਰ ਸਾਨੂੰ ਸਭ ਪਤਾ ਸੀ, ਪਰ ਇਹ ਗੱਲ ਪਿੰਡ ਵਿੱਚ ਕਿਸੇ ਨਾਲ ਨਹੀਂ ਕਰਨੀ, ਨਹੀਂ ਤਾਂ ਕਈ ਕੁੜੀਆਂ ਦੇ ਘਰ ਉੱਜੜ ਜਾਣਗੇ। ਸਰਪੰਚ ਨੂੰ ਉਸਦੇ ਨੌਕਰਾਂ ਨੇ ਉੱਥੇ ਹੀ ਜਲਾ ਦਿੱਤਾ ਤੇ ਸ਼ਾਮ ਨੂੰ ਮੈਨੂੰ ਘਰ ਭੇਜ ਦਿੱਤਾ। ਪਾਪਾ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ। ਮੇਰਾ ਵਿਆਹ ਅਰਮਾਨ ਨਾਲ ਹੋ ਗਿਆ ਤੇ ਪਿੰਡ ਵਿੱਚ ਗੱਲ ਫੈਲ ਗਈ ਕਿ ਸਰਪੰਚ ਜੰਗਲ ਗਿਆ ਸੀ, ਆਇਆ ਨਹੀਂ। ਸਭ ਨੂੰ ਲੱਗਾ ਕਿ ਉਹ ਇਸ ਦੁਨੀਆ ਵਿੱਚ ਨਹੀਂ ਹੈ। ਮੇਰੀ ਪਹਿਲੀ ਰਾਤ ਅਰਮਾਨ ਨੇ ਮੈਨੂੰ ਪੁੱਛਿਆ ਕਿ ਤੈਨੂੰ ਡਰ ਤਾਂ ਨਹੀਂ ਲੱਗਾ ਘੋੜੇ ਤੋਂ? ਮੈਂ ਕਿਹਾ, ਬਿਲਕੁਲ ਨਹੀਂ। ਉਸਨੇ ਮੈਨੂੰ ਦੱਸਿਆ ਕਿ ਇਹ ਘੋੜਾ ਮੇਰਾ ਹੈ, ਮੁਖੀਆ ਨੇ ਮੇਰੇ ਤੋਂ ਲੈ ਲਿਆ ਸੀ, ਪਰ ਕੱਲ੍ਹ ਰਾਤ ਮੈਂ ਉਸਨੂੰ ਕਿਹਾ ਕਿ ਤੈਨੂੰ ਕੋਈ ਤਕਲੀਫ ਨਾ ਹੋਵੇ ਤੇ ਉਸਨੇ ਮੇਰੇ ਹੁਕਮ ਦੀ ਪਾਲਣਾ ਕੀਤੀ। ਮੇਰਾ ਘੋੜਾ ਮੇਰੀ ਹਰ ਗੱਲ ਮੰਨਦਾ ਹੈ। ਮੈਨੂੰ ਪਤਾ ਸੀ ਉਹ ਤੈਨੂੰ ਕੋਈ ਤਕਲੀਫ ਨਹੀਂ ਹੋਣ ਦੇਵੇਗਾ। ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਕਹਾਣੀ ਚੰਗੀ ਲੱਗੀ, ਕਹਾਣੀ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸ਼ੇਅਰ ਕਰਿਓ ਜੀ ਤੇ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ।
ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ।